Dear student, today we are going to start a new unit that is gravitation. ਇਹਦੇ ਬਾਰੇ ਅਸੀਂ ਆਲਰੇਡੀ ਜਿਹੜਾ ਹੈ 9th ਕਲਾਸ ਦੇ ਵਿੱਚ ਆਪਾਂ ਡਿਸਕਸ ਕਰ ਚੁੱਕੇ ਹਾਂ। ਗ੍ਰੈਵਿਟੇਸ਼ਨ ਕੀ ਚੀਜ਼ ਹੈ, ਆਓ ਇਸ ਨੂੰ ਅਸੀਂ ਫਰਦਰ ਦੁਬਾਰਾ ਅਸੀਂ ਜਿਹੜਾ ਅੱਜ ਡਿਸਕਸ ਕਰਦੇ ਹਾਂ। ਗ੍ਰੈਵਿਟੇਸ਼ਨ is the name given to the force of attraction between any two bodies in the universe. ਯੂਨੀਵਰਸ ਦੇ ਵਿੱਚ ਕੋਈ ਵੀ ਦੋ ਬੋਡੀਜ਼ ਲੈ ਲਓ, ਉਹਨਾਂ ਵਿੱਚ ਜਿਹੜੀ ਫੋਰਸ ਆਫ ਅਟਰੈਕਸ਼ਨ ਹੁੰਦੀ ਹੈ that is called the gravitation. ਕੋਈ ਵੀ ਦੋ ਬੋਡੀਜ਼ ਨੇ, ਫॉर ਐਗਜ਼ਾਮਪਲ ਇਹ ਸਾਡੇ ਕੋਲ ਇੱਕ ਬੋਡੀ ਹੈ ਜਿਹਦਾ ਨਾਮ ਹੈ A, ਇਹ ਦੂਸਰੀ ਬੋਡੀ ਪਈ ਹੈ ਜਿਹਦਾ ਨਾਮ ਹੈਗਾ ਕਿੰਨਾ ਸੀ B। ਇਹ ਦੋਨੋਂ ਬੋਡੀਜ਼ ਜਿਹੜੀਆਂ ਨੇ ਇੱਕ ਦੂਸਰੇ ਨੂੰ ਅਟਰੈਕਟ ਕਰਨਗੀਆਂ, ਕਿਹਦੇ ਕਰਕੇ? ਡਿਊ ਟੂ ਦਾ ਫੋਰਸ ਆਫ ਗ੍ਰੈਵਿਟੇਸ਼ਨ। ਕੋਈ ਵੀ ਦੋ ਬੋਡੀਜ਼ ਹੋ ਸਕਦੀਆਂ, ਤੁਹਾਡੇ ਘਰ ਦੇ ਵਿੱਚ ਕਿੰਨੀਆਂ ਬੋਡੀਜ਼ ਪਈਆਂ ਨੇ, ਉਹ ਸਾਰੀਆਂ ਦੋ ਬੋਡੀਜ਼ ਇੱਕ ਦੂਸਰੇ ਨੂੰ ਅਟਰੈਕਟ ਕਰ ਰਹੀਆਂ ਨੇ। ਫॉर ਐਗਜ਼ਾਮਪਲ ਮੰਨ ਲਓ ਤੁਹਾਡੇ ਘਰ ਵਿੱਚ ਇੱਕ ਚੇਅਰ ਹੈ, ਇੱਕ ਲਾਗੇ ਟੇਬਲ ਪਿਆ, ਇਹ ਦੋਨੋਂ ਬੋਡੀਜ਼ ਜਿਹੜੀਆਂ ਨੇ ਇੱਕ ਦੂਸਰੇ ਨੂੰ ਅਟਰੈਕਟ ਕਰ ਰਹੀਆਂ ਨੇ, ਉਹ ਕਿਹਦੇ ਕਰਕੇ? ਡਿਊ ਟੂ ਫੋਰਸ ਆਫ ਗ੍ਰੈਵਿਟੇਸ਼ਨ। ਦੂਸਰੀ ਗੱਲ, ਗ੍ਰੈਵਿਟੇਸ਼ਨ ਜਿਹੜੀ ਫੋਰਸ ਹੈ ਇਟ ਇਜ਼ ਅ ਵੀਕੈਸਟ ਫੋਰਸ ਇਨ ਨੇਚਰ। ਇਹ ਬਹੁਤ ਹੀ ਜਿਹੜੀ ਹੈ ਵੀਕ ਫੋਰਸ ਹੈ, ਇਸ ਤੋਂ ਵੀਕ ਫੋਰਸ ਜਿਹੜੀ ਹੈ ਹੋਰ ਕੋਈ ਨਹੀਂ ਹੈ। ਇਟ ਇਜ਼ ਅ ਵੀਕੈਸਟ ਫੋਰਸ ਇਨ ਨੇਚਰ। ਇਹ ਅਸੀਂ ਆਲਰੇਡੀ ਜਿਹੜਾ ਹੈ ਜਦੋਂ ਫਿਜ਼ਿਕਸ ਆਪਾਂ ਸਟਾਰਟ ਕੀਤੀ ਸੀ ਸਟਾਰਟਿੰਗ ਤੇ ਉਦੋਂ ਦੱਸਿਆ ਸੀ ਕਿ ਵੀਕ ਫੋਰਸ ਦਾ ਨਾਮ ਦੱਸੋ, ਇਟ ਇਜ਼ ਅ ਫੋਰਸ ਆਫ ਗ੍ਰੈਵਿਟੇਸ਼ਨ। ਤੀਸਰਾ, ਗ੍ਰੈਵਿਟੇਸ਼ਨ ਜਿਹੜੀ ਹੈ ਇਟ ਇਜ਼ ਅ ਲੌਂਗ ਫੋਰਸ। ਇਹਦੀ ਜਿਹੜੀ ਰੇਂਜ ਹੈ ਬਹੁਤ ਹੀ ਜ਼ਿਆਦਾ ਹੈ, ਲੌਂਗ ਰੇਂਜ ਫੋਰਸ ਹੈ। ਦੇਖੋ ਜਿਵੇਂ ਸਨ ਹੈ ਤੇ ਅਰਥ, ਇਹਨਾਂ ਵਿੱਚ ਕਿੰਨਾ ਜ਼ਿਆਦਾ ਡਿਸਟੈਂਸ ਹੈ, ਲੇਕਿਨ ਇਹਨਾਂ ਦੋਨਾਂ ਨੇ ਇੱਕ ਦੂਸਰੇ ਨੂੰ ਜਿਹੜਾ ਹੈ ਅਟਰੈਕਟ ਕੀਤਾ ਹੋਇਆ। ਇਟ ਇਜ਼ ਅ ਲੌਂਗ ਰੇਂਜ। ਬਹੁਤ ਦੂਰ ਦੂਰ ਆਬਜੈਕਟਸ ਹੋਣ ਫਿਰ ਵੀ ਇਹ ਇੱਕ ਦੂਸਰੇ ਨੂੰ ਜਿਹੜੀਆਂ ਨੇ ਅਟਰੈਕਟ ਕਰਦੀਆਂ ਨੇ, ਪਰ ਇਹ ਵੀਕ ਫੋਰਸ ਹੈ। ਇਟ ਇਜ਼ ਅ ਵੀਕੈਸਟ ਐਂਡ ਇਟ ਇਜ਼ ਅ ਲੌਂਗ ਰੇਂਜ ਫੋਰਸ ਇਨ ਦਾ ਨੇਚਰ। ਨੈਕਸਟ ਜਿਹੜਾ ਪੁਆਇੰਟ ਹੈ, ਹੁਣੇ ਮੈਂ ਗੱਲ ਕੀਤੀ ਕਿ ਤੁਹਾਡੇ ਘਰ ਵਿੱਚ ਇੱਕ ਚੇਅਰ ਹੋਵੇ, ਇੱਕ ਜਾਂ ਟੇਬਲ ਹੈ, ਇੱਕ ਦੂਸਰੇ ਨੂੰ ਅਟਰੈਕਟ ਕਰ ਰਹੇ ਨੇ। ਪਰ ਬੇਟਾ ਤੁਸੀਂ ਕਦੀ ਦੇਖਿਆ ਹੋਣਾ ਜੀ, ਮੈਂ ਕਹਿ ਰਿਹਾ ਉਹ ਅਟਰੈਕਟ ਕਰ ਰਹੇ ਨੇ ਤੇ ਕਦੀ ਵੀ ਉਹ ਆਪਸ ਵਿੱਚ ਜਿਹੜੇ ਨੇ ਜੁੜ ਨਹੀਂ ਜਾਂਦੇ। ਵਾਈ? ਜੇ ਉਹ ਅਟਰੈਕਟ ਕਰ ਰਹੇ ਨੇ ਤੇ ਦੈਨ ਦੇ ਮਸਟ ਕੋਲਾਈਡ, ਪਰ ਉਹ ਕਦੀ ਵੀ ਕੋਲਾਈਡ ਨਹੀਂ ਕੀਤੇ। ਇਹਦਾ ਕਾਰਨ ਬਿਕੋਜ਼ ਆਫ ਫ੍ਰਿਕਸ਼ਨ। ਟੇਬਲ ਦੀ ਜਿਹੜੀਆਂ ਲੈਗਸ ਨੇ ਤੇ ਗਰਾਊਂਡ ਦੇ ਵਿੱਚ ਫ੍ਰਿਕਸ਼ਨ ਹੁੰਦੀ ਹੈ, ਉਹ ਫ੍ਰਿਕਸ਼ਨ ਜਿਹੜੀ ਹੈ ਜ਼ਿਆਦਾ ਹੈ ਤੇ ਗ੍ਰੈਵਿਟੇਸ਼ਨ ਫੋਰਸ ਜਿਹੜੀ ਹੈ ਉਹ ਵੀਕ ਹੈ। ਗ੍ਰੈਵਿਟੇਸ਼ਨ ਫੋਰਸ ਦਾ ਇਫੈਕਟ ਇੰਨਾ ਨਹੀਂ ਹੈ ਕਿ ਉਹ ਇਹਨਾਂ ਨੂੰ ਖਿੱਚ ਰਹੀ ਹੈ, ਪਰ ਜਿਹੜੀ ਥੱਲੇ ਇਹਨਾਂ ਦੇ ਲੈਗਸ ਵਿੱਚ ਫ੍ਰਿਕਸ਼ਨ ਹੈ ਨਾ, ਜਿਹੜੀ ਗਰਾਊਂਡ ਤੇ ਚੇਅਰ ਵਿੱਚ ਜਾਂ ਗਰਾਊਂਡ ਤੇ ਜਿਹੜੀ ਟੇਬਲ ਦੇ ਵਿੱਚ ਜਿਹੜੀ ਫ੍ਰਿਕਸ਼ਨ ਹੈ ਉਹਦੀ ਵੈਲਿਊ ਜਿਹੜੀ ਹੈ ਉਹ ਜ਼ਿਆਦਾ ਹੈ। ਫ੍ਰਿਕਸ਼ਨ ਇੱਕ ਅਪੋਜ਼ਿੰਗ ਫੋਰਸ ਹੈ, ਗ੍ਰੈਵਿਟੇਸ਼ਨ ਫੋਰਸ ਉਹਨਾਂ ਨੂੰ ਖਿੱਚ ਰਹੀ ਹੈ ਤੇ ਫ੍ਰਿਕਸ਼ਨ ਜਿਹੜੀ ਹੈ ਉਹਦੇ ਅਗੇਂਸਟ ਲੱਗਦੀ ਹੈ। ਫ੍ਰਿਕਸ਼ਨ ਦੀ ਵੈਲਿਊ ਜ਼ਿਆਦਾ ਹੋਣ ਕਰਕੇ ਦੋ ਬੋਡੀਜ਼ ਜਿਹੜੀਆਂ ਨੇ ਆਪਸ ਵਿੱਚ ਜਿਹੜੀਆਂ ਅਟਰੈਕਟ ਕਰ ਰਹੀਆਂ ਨੇ ਉਹ ਆਪਸ ਵਿੱਚ ਕੋਲਾਈਡ ਨਹੀਂ ਹੋ ਪਾਉਂਦੀਆਂ। ਵੈਸੇ ਹਰ ਇੱਕ ਬੋਡੀ ਜਿਹੜੀ ਹੈ ਯੂਨੀਵਰਸ ਦੂਸਰੀ ਬੋਡੀ ਨੂੰ ਅਟਰੈਕਟ ਕਰ ਰਹੀ ਹੈ, ਤੇ ਜੇ ਉਹ ਫ੍ਰਿਕਸ਼ਨ ਨਾ ਹੋਵੇ, ਬਿਲਕੁਲ ਹੀ ਫ੍ਰਿਕਸ਼ਨ ਅਸੀਂ ਖਤਮ ਕਰ ਦਈਏ ਕਿਸੇ ਤਰੀਕੇ ਦੇ ਨਾਲ, then these body will definitely collide with each other. Now next, ਇਸ ਫੋਰਸ ਆਫ ਗ੍ਰੈਵਿਟੇਸ਼ਨ ਦੀ ਜਿਹੜੀ ਮੇਨ ਡਿਸਕਵਰੀ ਹੈ ਉਹ ਨਿਊਟਨ ਨੇ 1665 ਈਸਵੀ ਦੇ ਵਿੱਚ ਕੀਤੀ ਸੀ। ਕਿ ਉਹਨੇ ਦੇਖਿਆ ਕਿ ਇੱਕ ਪੇੜ ਤੋਂ ਜਿਹੜਾ ਹੈ ਇੱਕ ਐਪਲ ਹੈ ਜਿਹੜਾ ਉਹ ਟੁੱਟ ਕੇ ਥੱਲੇ ਡਿੱਗਾ। ਉਹਨੇ ਸੋਚਿਆ ਕਿ ਉਹ ਐਪਲ ਜਿਹੜਾ ਹੈ ਉੱਥੋਂ ਜਦੋਂ ਬ੍ਰਾਂਚ ਤੋਂ ਜਿਹੜੀ ਹੈ ਟਰੀ ਦੀ ਬ੍ਰਾਂਚ ਤੋਂ ਟੁੱਟ ਕੇ ਥੱਲੇ ਡਿੱਗਾ, ਉਹ ਟੁੱਟ ਕੇ ਉੱਪਰ ਕਿਉਂ ਨਹੀਂ ਗਿਆ, ਉਹ ਥੱਲੇ ਕਿਉਂ ਡਿੱਗਾ? ਬਾਅਦ ਚੋਂ ਉਹਨੇ ਵੇਖਿਆ ਲਾਗੇ ਕੋਈ ਪੱਥਰ ਪਿਆ ਸੀ, ਉਹਨੇ ਉਹਨੂੰ ਤਾਂ ਸੁੱਟ ਕੇ ਦੇਖਿਆ, ਫਿਰ ਦੁਬਾਰਾ ਜਿਹੜਾ ਹੈ ਉਹ ਸਟੋਨ ਜਿਹੜਾ ਹੈ ਉਹ ਨੀਚੇ ਆ ਗਿਆ। ਉਥੋਂ ਉਹਨੇ ਆਈਡੀਆ ਲਗਾਇਆ ਕਿ ਜਿਹੜੀ ਅਰਥ ਹੈ ਹਰ ਇੱਕ ਆਬਜੈਕਟ ਨੂੰ ਆਪਣੇ ਵੱਲ, ਕਹਿਣ ਦਾ ਮਤਲਬ ਆਪਣੇ ਸੈਂਟਰ ਵੱਲ ਜਿਹੜੀ ਹੈ ਉਹ ਅਟਰੈਕਟ ਕਰਦੀ ਹੈ।
and that force of attraction due to the earth is called force of gravity। उसनों ਅਸੀਂ बोलते हैं force of gravity। ਉੱਥੇ gravitation नहीं बोलना, ਉੱਥੇ बोलना है force of gravity। फिर सुनो, जे ते कोई भी दो बॉडीज ने ਉਹਨਾਂ ਵਿੱਚ force of attraction ਦੀ ਗੱਲ ਕਰਾਂ, ਉੱਥੇ word बोलना है force of gravitation। ਤੇ ਜੇਕਰ ਦੋਨਾਂ ਬॉडीज ਵਿੱਚੋਂ ਇੱਕ ਬॉडी ਤੁਹਾਡੀ ਅਰਥ ਹੈ, ਸਾਡੀ ਇੱਕ ਬॉडी ਅਰਥ ਹੈ ਤੇ ਦੂਸਰੀ ਕੋਈ ਬॉडी ਹੈ, ਉਹਦੇ ਵਿੱਚ ਅਸੀਂ ਅਟਰੈਕਸ਼ਨ ਦੀ ਗੱਲ ਕਰਦੇ ਹਾਂ, ਵਿੱਚ ਇੱਕ ਬॉडी ਅਰਥ ਹੋਣੀ ਚਾਹੀਦੀ ਹੈ, ਤੇ ਉਹਦੇ ਵਿੱਚ ਅਸੀਂ ਅਟਰੈਕਸ਼ਨ ਦੀ ਗੱਲ ਕਰੀਏ, ਉੱਥੇ ਅਸੀਂ ਵਰਡ ਬੋਲਦੇ ਹਾਂ ਫੋਰਸ ਆਫ ਗ੍ਰੈਵਿਟੀ। ਜੇ ਮੈਂ ਇਸ ਚੌਕ ਨੂੰ ਬੇਟਾ ਤਾਂ ਸੁੱਟਦਾ ਹਾਂ ਤੇ ਇਹ ਦੇਖੋ ਨੀਚੇ ਵਾਪਸ ਆ ਗਿਆ। ਵਾਈ ਡਸ ਇਟ ਕਮ ਬੈਕ? ਬਿਕੋਜ਼ ਅਰਥ ਅਟਰੈਕਟ ਇਟ। ਉਹਨੇ ਜਿਹੜਾ ਅਰਥ ਨੇ ਇਹਨੂੰ ਖਿੱਚਿਆ, ਤੇ ਜਿਹੜੀ ਫੋਰਸ ਅਰਥ ਨੇ ਲਗਾਈ ਇਹਨੂੰ ਖਿੱਚਣ ਵਾਸਤੇ, ਐਂਡ ਦੈਟ ਫੋਰਸ ਇਜ਼ ਕਾਲਡ ਫੋਰਸ ਆਫ ਗ੍ਰੈਵਿਟੀ। ਹਾਂਜੀ ਬੇਟਾ ਕਲੀਅਰ? ਜੇ ਤੇ ਕੋਈ ਦੋ ਬॉडीज ਨੇ ਫਿਰ ਤੇ ਫੋਰਸ ਆਫ ਗ੍ਰੈਵਿਟੇਸ਼ਨ, ਤੇ ਜੇ ਇੱਕ ਕੋਈ ਬॉडी ਹੈ ਤੇ ਦੂਸਰੀ ਅਰਥ ਬॉडी ਹੈ, ਫਿਰ ਅਸੀਂ ਉਹਨੂੰ ਬੋਲਾਂਗੇ ਫੋਰਸ ਆਫ ਗ੍ਰੈਵਿਟੀ। ਆਈ ਥਿੰਕ ਤੁਹਾਨੂੰ ਇਸ ਤੋਂ ਕਲੀਅਰ ਹੋ ਗਿਆ ਕਿ ਨਿਊਟਨ ਨੇ ਇਹਦੀ ਡਿਸਕਵਰੀ ਕੀਤੀ। ਹਰ ਇੱਕ ਬॉडी ਜਿਹੜੀ ਹੈ ਜਿੱਥੇ ਮਰਜ਼ੀ ਤਾਂ ਸੁੱਟੋ ਉਹ ਨੀਚੇ ਆ ਕੇ ਡਿੱਗਦੀ ਹੈ, ਕਿਉਂਕਿ ਅਰਥ ਜਿਹੜੀ ਹੈ ਹਰ ਬॉडी ਨੂੰ ਆਪਣੇ ਸੈਂਟਰ ਵੱਲ ਅਟਰੈਕਟ ਕਰਦੀ ਹੈ, ਐਂਡ ਦੈਟ ਫੋਰਸ ਇਜ਼ ਕਾਲਡ ਫੋਰਸ ਆਫ ਗ੍ਰੈਵਿਟੀ। ਤੇ ਡਿਸਕਵਰੀ ਕਿਹਨੇ ਕੀਤੀ? ਨਿਊਟਨ ਨੇ 1665 ਈਸਵੀ ਦੇ ਵਿੱਚ ਇਹਦੀ ਜਿਹੜੀ ਹੈ ਡਿਸਕਵਰੀ ਕੀਤੀ। ਨਾਓ ਜੋ ਨਿਊਟਨ ਨੇ ਡਿਸਕਵਰ ਕੀਤਾ ਐਕਸਪੈਰੀਮੈਂਟਲੀ, ਉਹਨੇ ਬਾਅਦ ਵਿੱਚੋਂ ਉਹਨੇ ਆਪਣਾ ਇੱਕ ਲਾਅ ਜਿਹੜਾ ਬਣਾਇਆ, ਜਿਸ ਨੂੰ ਅਸੀਂ ਬੋਲਦੇ ਹਾਂ ਨਿਊਟਨਸ ਲਾਅ ਆਫ ਗ੍ਰੈਵਿਟੇਸ਼ਨ। ਪਹਿਲਾ ਜਿਹੜਾ ਸਾਡਾ ਨਿਯਮ ਹੈ ਇਹਦੇ ਬਾਰੇ ਅਸੀਂ ਡਿਸਕਸ ਕਰਾਂਗੇ, ਨਿਊਟਨਸ ਲਾਅ ਆਫ ਗ੍ਰੈਵਿਟੇਸ਼ਨ। ਜਿਸ ਤਰ੍ਹਾਂ ਪਿੱਛੇ ਅਸੀਂ ਨਿਊਟਨ ਫਸਟ ਲਾਅ ਡਿਸਕਸ ਕੀਤਾ, ਨਿਊਟਨ ਸੈਕੰਡ ਲਾਅ, ਨਿਊਟਨ ਥਰਡ ਲਾਅ। ਇਸੇ ਤਰੀਕੇ ਨਾਲ ਇੱਕ ਨਿਊਟਨ ਦਾ ਅੱਜ ਜਿਹੜਾ ਹੈ ਗ੍ਰੈਵਿਟੇਸ਼ਨ ਵਾਲਾ ਲਾਅ ਅਸੀਂ ਡਿਸਕਸ ਕਰਨ ਜਾ ਰਹੇ ਹਾਂ, ਜੋ ਉਹਨੇ ਡਿਸਕਸ ਕੀਤਾ ਐਕਸਪੈਰੀਮੈਂਟਲੀ ਫਾਈਂਡ ਆਊਟ ਕੀਤਾ, ਉਹਨੇ ਜਿਹੜਾ ਹੈ ਐਕਸਪਲੇਨ ਕੀਤਾ। ਇਹ ਸਾਡਾ ਇੱਕ ਬੇਸਿਕ ਲਾਅ ਹੈ ਤੇ ਪੂਰਾ ਚੈਪਟਰ ਸਾਡਾ ਗ੍ਰੈਵਿਟੇਸ਼ਨ ਵਾਲਾ ਇਸ ਲਾਅ ਦੇ ਉੱਪਰ ਹੀ ਜਿਹੜਾ ਹੈ ਡਿਪੈਂਡ ਕਰੇਗਾ। ਇਸ ਲਾਅ ਦੇ ਅਕੋਰਡਿੰਗ ਅਸੀਂ ਫੋਰਸ ਆਫ ਗ੍ਰੈਵਿਟੇਸ਼ਨ ਫਾਈਂਡ ਆਊਟ ਕਰਦੇ ਹਾਂ। ਕੋਈ ਪੁੱਛੇ ਕਿ ਨਿਊਟਨ ਲਾਅ ਆਫ ਗ੍ਰੈਵਿਟੇਸ਼ਨ ਦਾ ਫਾਇਦਾ ਕੀ ਹੈ, ਅਸੀਂ ਕਹਾਂਗੇ ਕਿ ਕੋਈ ਵੀ ਦੋ ਬॉडीज ਹੋਣ ਯੂਨੀਵਰਸ ਵਿੱਚ, ਜਦੋਂ ਉਹ ਇੱਕ ਦੂਸਰੇ ਨੂੰ ਅਟਰੈਕਟ ਕਰ ਰਹੀਆਂ ਨੇ, ਕਿੰਨੀ ਫੋਰਸ ਦੇ ਨਾਲ ਉਹ ਅਟਰੈਕਟ ਕਰਨਗੀਆਂ, ਉਹ ਫੋਰਸ ਨੂੰ ਕੈਲਕੂਲੇਟ ਕਰਨ ਵਾਸਤੇ ਸਾਨੂੰ ਜਿਹੜਾ ਹੈ ਇਹ ਲਾਅ ਜਿਹੜਾ ਸਾਨੂੰ ਬਣਾਇਆ ਨਿਊਟਨ ਨੇ। ਆਓ ਇਸ ਨੂੰ ਅਸੀਂ ਡਿਸਕਸ ਕਰਦੇ ਹਾਂ। ਇਟ ਸਟੇਟਸ ਦੈਟ ਐਵਰੀ ਬॉडी ਇਨ ਦਿਸ ਯੂਨੀਵਰਸ, ਹਰ ਇੱਕ ਬॉडी ਜਿਹੜੀ ਹੈ ਇਸ ਯੂਨੀਵਰਸ ਵਿੱਚ ਅਟਰੈਕਟ ਐਵਰੀ ਅਦਰ ਬॉडी, ਉਹ ਜਿਹੜੀ ਹੈ ਦੂਸਰੀ ਬॉडी ਨੂੰ ਅਟਰੈਕਟ ਕਰੇਗੀ। ਅਟਰੈਕਟ ਐਵਰੀ ਅਦਰ ਬॉडी, ਕੋਈ ਵੀ ਇੱਕ ਬॉडी ਯੂਨੀਵਰਸ ਵਿੱਚ ਦੂਸਰੀ ਬॉडी ਨੂੰ ਅਟਰੈਕਟ ਕਰੇਗੀ। ਜੇ ਅਟਰੈਕਟ ਕਰੇਗੀ ਤੇ ਕਾਹਦੇ ਨਾਲ ਕਰੇਗੀ? ਵਿਦ ਅ ਫੋਰਸ। ਫੋਰਸ ਨਾਲ ਇੱਕ ਦੂਸਰੇ ਨੂੰ ਅਟਰੈਕਟ ਕਰੇਗੀ। A B ਨੂੰ ਅਟਰੈਕਟ ਕਰੇਗੀ ਆਪਣੇ ਵੱਲ, ਲਾਈਕ ਦਿਸ। B ਨੂੰ ਅਟਰੈਕਟ ਕਰੇਗੀ, FBA ਲਿਖ ਦਿੰਦੇ ਆ, ਫੋਰਸ ਔਨ B ਡਿਊ ਟੂ A। A ਨੇ B ਨੂੰ ਅਟਰੈਕਟ ਕਰਨਾ ਹੈ, ਇਹਦਾ ਮਤਲਬ ਹੈ ਫੋਰਸ ਔਨ B ਡਿਊ ਟੂ A। A ਨੇ B ਤੇ ਫੋਰਸ ਲਗਾਈ ਤੇ B ਵੀ A ਨੂੰ ਅਟਰੈਕਟ ਕਰੇਗੀ ਆਪਣੇ ਵੱਲ। B ਜਿਹੜੀ ਹੈ B A ਨੂੰ ਅਟਰੈਕਟ ਕਰੇਗੀ। ਇਹ ਫੋਰਸ ਕਾਤੇ ਲੱਗੀ ਹੈ? B ਨੇ ਲਗਾਈ। ਕਿਹਨੂੰ ਅਟਰੈਕਟ ਕੀਤਾ? ਦੇਖੋ A ਨੂੰ। ਇੱਥੇ ਲਿਖਾਂਗੇ A ਤੇ ਪੈਰ 'ਚ ਲਿਖਾਂਗੇ ਅਸੀਂ ਇੱਥੇ B। ਫੋਰਸ ਔਨ A ਲਗਾਈ ਕਿੰਨੇ? B ਨੇ ਆਪਣੇ ਵੱਲ ਖਿੱਚਿਆ। ਨਾਓ ਵਾਟ ਇਜ਼ ਦਿਸ? ਫੋਰਸ ਔਨ B ਲਗਾਈ ਕਿੰਨੇ? A ਨੇ। A ਨੇ ਕੀ ਕੀਤਾ? ਇਹਨੂੰ ਆਪਣੇ ਵੱਲ ਖਿੱਚਿਆ। ਇਹ ਦੋਨੋਂ ਹੀ ਜਿਹੜੀਆਂ ਨੇ ਸਾਡੀਆਂ ਫੋਰਸ ਆਫ ਜਿਹੜੀਆਂ ਅਟਰੈਕਸ਼ਨ ਨੇ, which is directly proportional to, ਇਹ ਜਿਹੜੀ ਫੋਰਸ ਹੈ ਡਾਇਰੈਕਟਲੀ ਪ੍ਰਪੋਰਸ਼ਨਲ ਹੈ,
ਕਾਦੇ ਉੱਪਰ ਡਿਪੈਂਡ ਕਰਦੀ ਹੈ? ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਪ੍ਰੋਡਕਟ ਆਫ देयर ਮਾਸਿਸ। ਬੇਟਾ ਇਸ ਚੀਜ਼ ਨੂੰ ਜਰਾ ਧਿਆਨ ਰੱਖੋ, ਇਹ ਜਿਹੜੀ ਫੋਰਸ ਹੈ ਪ੍ਰੋਡਕਟ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ। ਕਹਿਣ ਦਾ ਮਤਲਬ ਇਹ ਸਾਡੀ ਹੋ ਗਈ ਫੋਰਸ ਆਫ ਗ੍ਰੈਵਿਟੇਸ਼ਨ, ਇਟ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦੋਨਾਂ ਬੋਡੀਜ਼ ਦੇ ਮਾਸਿਸ ਦੀ ਪ੍ਰੋਡਕਟ ਕਰ ਦੋ। ਇਹਦਾ ਮਾਸ ਕਿੰਨਾ ਹੈ? ਇਹਦਾ ਪੁੰਜ ਜਿਹਨੂੰ ਭਾਰ ਅਸੀਂ ਬੋਲ ਦਿੰਦੇ ਆ, ਦੋਨਾਂ ਦੇ ਮਾਸਿਸ ਨੂੰ ਮਲਟੀਪਲਾਈ ਕਰ ਦੋ, m1 ਮਲਟੀਪਲਾਈ ਬਾਈ m2। The force of gravitation is directly proportional to product, बेटा multiply है, product of the masses of two bodies, ਦੋਨਾਂ bodies ਦੇ masses ਦੇ product ਦੇ directly proportional ਹੈ। ਕਹਿਣ ਦਾ ਮਤਲਬ ਜਿੰਨੀ ਇਹ product ਜ਼ਿਆਦਾ ਆਏਗੀ, ਜਿੰਨਾ ਇਹਨਾਂ ਦੀ product ਜ਼ਿਆਦਾ ਆਏਗੀ, ਓਨੀ force of gravitation ਵੀ ਸਾਡੀ ਜਿਹੜੀ ਹੈ ਉਹ ਜ਼ਿਆਦਾ ਆਏਗੀ। डायरेक्टली ਦਾ ਮਤਲਬ ਇੱਕ ਚੀਜ਼ ਵਧੇਗੀ ਤੇ ਦੂਸਰੀ ਵੀ ਸਾਡੀ ਨਾਲ ਇੰਕਰੀਜ਼ ਹੋਏਗੀ। force of gravitation is directly proportional to product of their masses and inversely proportional to the square of distance between them। ਇਹਨਾਂ ਦੇ ਵਿੱਚ ਜਿੰਨਾ ਇਹ distance ਹੈ, ਹਮੇਸ਼ਾ distance ਲੈਣਾ ਹੈ center to center। ਜੇ ਬੋਡੀ ਸਾਡੀਆਂ ਜਿਹੜੀਆਂ ਨੇ ਸਫੈਰਿਕਲ ਬੋਡੀਜ਼ ਨੇ, ਉਦੋਂ ਹਮੇਸ਼ਾ ਡਿਸਟੈਂਸ ਕਿੱਥੋਂ ਲੈਣਾ? ਇਹਨਾਂ ਦੇ ਸੈਂਟਰ ਟੂ ਸੈਂਟਰ ਲੈਣਾ ਹੈ। ਤੇ ਜੇਕਰ ਸਾਡੇ ਕੋਲ ਕੋਈ ਬੋਡੀ ਦੂਸਰੀਆਂ ਨੇ, ਇਰੈਗੂਲਰ ਸ਼ੇਪ ਹੈ, ਫਿਰ ਉਹਨਾਂ ਦਾ ਬੇਟਾ ਅਸੀਂ ਡਿਸਕਸ ਕੀਤਾ ਕਿ ਸੈਂਟਰ ਆਫ ਮਾਸ, ਇਹ ਤੁਸੀਂ ਪਿੱਛੇ ਡਿਸਕਸ ਕੀਤਾ ਹੈ, ਉਹਦੇ ਅਕੋਰਡਿੰਗ ਜਿਹੜਾ ਉਹਨਾਂ ਦਾ ਡਿਸਟੈਂਸ ਲਿਆ ਜਾਂਦਾ ਹੈ। ਨਾਓ ਦਿਸ ਫੋਰਸ ਇਜ਼ ਇਨਵਰਸਲੀ ਦਾ ਮਤਲਬ ਹੁੰਦਾ ਹੈ 1 ਚ ਲਿਖਾਂਗੇ, ਕਿਹਦੇ ਇਨਵਰਸਲੀ? ਸਕੇਅਰ ਆਫ ਡਿਸਟੈਂਸ ਬਿਟਵੀਨ them। ਕਿੰਨਾ ਦੋਨਾਂ ਵਿੱਚ ਡਿਸਟੈਂਸ ਹੈ? r। ਇਹਦੇ ਜਿਹੜਾ ਹੈ ਇਹ ਇਨਵਰਸਲੀ ਪ੍ਰੋਪੋਰਸ਼ਨਲ ਆਏਗਾ ਸਕੇਅਰ ਦੇ। ਹਾਂਜੀ ਬੇਟਾ ਕਲੀਅਰ? ਦਿਸ ਇਜ਼ ਇਕੁਏਸ਼ਨ ਨੰਬਰ 1, ਦਿਸ ਇਜ਼ ਇਕੁਏਸ਼ਨ ਨੰਬਰ 2। this force is directly proportional to the product of the masses and this force is inversely proportional to the square of the distance between them। ਇਹਦਾ ਮਤਲਬ ਹੈ ਕਿ ਜਿੰਨਾ distance ਜਿਹੜਾ ਹੈ ਜ਼ਿਆਦਾ ਹੋਏਗਾ, ਓਨੀ force of attraction ਜਿਹੜੀ ਹੈ ਉਹ ਸਾਡੀ ਜਿਹੜੀ ਹੈ ਉਹ ਘੱਟ ਆਏਗੀ। ਇਹਨਾਂ ਦੋਨਾਂ ਨੂੰ ਅਸੀਂ ਕੰਬਾਈਨ ਕਰ ਦਿੰਦੇ ਹਾਂ, combining 1 and 2, force proportional to m1 m2 divided by r square। ਇਹ ਦੋਨੋਂ ਨੂੰ ਅਸੀਂ ਜਿਹੜੀ ਇਕੁਏਸ਼ਨਾਂ ਨੂੰ ਅਸੀਂ ਇਕੱਠਾ ਹੀ ਕੰਬਾਈਨ ਕਰਤਾ। ਇੱਥੋਂ ਕੀ ਪਤਾ ਲੱਗਦਾ ਹੈ ਕਿ ਫੋਰਸ ਬਿਲਕੁਲ ਡਾਇਰੈਕਟਲੀ ਆਮੋ ਸਾਹਮਣੇ, ਜੇ ਮਾਸਿਸ ਦੀ ਪ੍ਰੋਡਕਟ ਵਧੇਗੀ ਤੇ ਫੋਰਸ ਆਫ ਗ੍ਰੈਵਿਟੇਸ਼ਨ ਬੇਟਾ ਵਧੇਗੀ। ਜੇਕਰ ਇਹਦਾ ਮਾਸ ਹੈ ਮੰਨ ਲਓ 4 kg, ਇਹਦਾ ਮਾਸ ਹੈ ਮੰਨ ਲਓ 6 kg, ਇਹਦਾ 4 kg ਹੈ, ਇਹਦਾ 6 ਹੈ, ਪ੍ਰੋਡਕਟ ਆ ਜਾਏਗੀ 24। ਤੇ ਜੇ ਮੈਂ ਇਹਦਾ ਮਾਸ ਜਿਹੜਾ ਹੈ 8 ਕਰ ਦਵਾਂ, ਇਹਦਾ ਮਾਸ ਮੈਂ 8 ਕਰ ਦਵਾਂ, ਤੇ ਹੁਣ ਜਿਹੜੀ ਪ੍ਰੋਡਕਟ ਆ ਜਾਏਗੀ ਸਾਡੇ ਕੋਲ ਆ ਜਾਏਗੀ 48। ਹਾਂਜੀ ਕਲੀਅਰ? ਜੇ ਮਾਸ ਵੱਧਦਾ ਹੈ ਤੇ ਪ੍ਰੋਡਕਟ ਵੱਧਦੀ ਹੈ, ਪ੍ਰੋਡਕਟ ਵਧਣ ਦੇ ਨਾਲ ਸਾਡੀ ਜਿਹੜੀ ਹੈ ਫੋਰਸ ਵੀ ਜਿਹੜੀ ਹੈ ਗ੍ਰੈਵਿਟੇਸ਼ਨ ਵਾਲੀ ਵਧੇਗੀ। ਜਿੰਨੀਆਂ ਬੋਡੀਜ਼ ਵੱਡੇ ਸਾਈਜ਼ ਦੀਆਂ ਹੋਣਗੀਆਂ, ਉਹਨਾਂ ਦੇ ਮਾਸਿਸ ਜ਼ਿਆਦਾ ਹੋਣਗੇ, ਉਹਨਾਂ ਦੇ ਮਾਸਿਸ ਦੀ ਪ੍ਰੋਡਕਟ ਵੀ ਜ਼ਿਆਦਾ ਆਏਗੀ, ਤੇ ਉਹਦੇ ਕਰਕੇ ਜਿਹੜੀ ਹੈ ਫੋਰਸ ਜਿਹੜੀ ਹੈ ਉਹ ਵੀ ਸਾਡੀ ਉਹ ਜ਼ਿਆਦਾ ਆਏਗੀ। ਨਾਓ ਇਨਵਰਸਲੀ ਕੀ ਹੈ? ਡਿਸਟੈਂਸ ਦੇ। ਡਿਸਟੈਂਸ ਇੰਕਰੀਜ਼ ਕਰੋਗੇ ਤੇ ਜਿਹੜੀ ਸਾਡੀ ਫੋਰਸ ਆਫ ਗ੍ਰੈਵਿਟੇਸ਼ਨ ਹੈ ਉਹ ਡਿਕਰੀਜ਼ ਹੋ ਜਾਏਗੀ। ਆਈ ਥਿੰਕ ਕਿ ਤੁਹਾਨੂੰ ਬੇਟਾ ਇਸ ਤੱਕ ਕਲੀਅਰ ਹੋ ਗਿਆ। ਦਿਸ ਇਜ਼ ਦ ਨਿਊਟਨ ਲਾਅ ਆਫ ਗ੍ਰੈਵਿਟੇਸ਼ਨ। ਜਦੋਂ ਪ੍ਰੋਪੋਰਸ਼ਨਲ ਦਾ ਨਿਸ਼ਾਨ ਹਟਾਉਂਦੇ ਆ, ਅਸੀਂ ਇੱਥੇ ਇੱਕ ਕਨਸਟੈਂਟ ਲਗਾਉਂਦੇ ਆ। ਪ੍ਰੋਪੋਰਸ਼ਨਲ ਦਾ ਨਿਸ਼ਾਨ ਹਟਾ ਕੇ ਇਕੁਅਲ ਪਾਈਦਾ, ਨਾਲ ਇੱਕ ਕਨਸਟੈਂਟ ਲਗਾਉਂਦੇ ਅਸੀਂ, ਆਲਰੇਡੀ ਆਪਾਂ ਡਿਸਕਸ ਕਰ ਚੁੱਕੇ ਹਾਂ। ਇਸ ਨੂੰ ਬੋਲਦੇ ਆ ਯੂਨੀਵਰਸਲ ਗ੍ਰੈਵਿਟੇਸ਼ਨਲ ਕਨਸਟੈਂਟ। what is capital G? it is a universal gravitational constant। ਨਾਲ ਆ ਜਾਏਗਾ m1 m2
divided by r square. This is the Newton law of gravitation. Newton law of gravitation da formula सुनाओ. F is equal to G m1 m2 over r square. What is F? Force of gravitation. What is m1? Bolo, what is m1? Mass of first body. What is m2? Mass of second body. And what is r? Distance between the two bodies. कित्थों लईदा है? Center to center. Distance between two bodies. What is capital G? It is the universal gravitational constant. It is a universal gravitational constant. ਤੇ ਇਹਦੀ ਜਿਹੜੀ ਵੈਲਿਊ ਹੈ ਇਹ ਤੁਸੀਂ ਯਾਦ ਰੱਖਣੀ ਹੈ 6.67 into 10 raised to power minus 11. कैपिटल G ਦੀ ਜਿਹੜੀ ਵੈਲਿਊ ਹੈ always keep in mind 6.67 into 10 raised to power minus 11. ਜਿੱਥੇ ਮਰਜੀ ਚਲੇ ਜਾਓ कैपिटल G ਦੀ ਵੈਲਿਊ चेंज नहीं होएगी. कैपिटल G ने कभी भी चेंज नहीं होना. That is why it is called universal constant. जिथे मर्जी दुनिया के कोने च चले जाओ, प्लैनेट चेंज कर जाओ, जो मर्जी कर लो, कैपिटल G जड़ा है it is always constant. जे कोई किसी होर प्लैनेट ते भी कोई रहिंदा पिया, जे ਉਹ ਵੀ ਡਿਸਕਸ ਕਰਨਗੇ ਇਹਦੇ ਬਾਰੇ, ਤੇ ਉੱਥੇ ਵੀ ਜਿਹੜਾ ਕੈਪੀਟਲ G ਦੀ ਵੈਲਿਊ ਸੇਮ ਹੀ ਆਏਗੀ 6.67 into 10 raised to power minus 11. ਨਾਓ ਇਹਦੇ ਅਸੀਂ ਹੁਣ ਯੂਨਿਟ ਬਣਾਣੇ ਆ ਕਿ ਇਹਦੇ ਯੂਨਿਟ ਕੀ ਹੋਣਗੇ. ਵਾਟ ਇਜ਼ ਅ ਯੂਨਿਟ? ਪਹਿਲਾਂ ਇਥੋਂ G ਨਿਕਾਲੋ. G ਦੀ ਵੈਲਿਊ ਕਿੰਨੀ ਆਏਗੀ? ਇਹਨੂੰ ਉੱਪਰ ਲੈ ਗਏ, ਇਹ ਉੱਪਰ ਚਲਾ ਗਿਆ, ਇਹ ਸਾਰਾ ਇਹਦੇ ਨੀਚੇ ਲੈ ਆਓ, क्रॉस मल्टीप्लाई करके ਅਸੀਂ ਵਿੱਚੋਂ G ਦੀ ਬੇਟਾ ਅਸੀਂ ਵੈਲਿਊ ਨਿਕਾਲ ਲਈ. ਹੁਣ ਇਹਦੇ ਯੂਨਿਟ ਬਣਾ ਲਓ. ਵਾਟ ਇਜ਼ F? ਫੋਰਸ. ਫੋਰਸ ਦਾ ਯੂਨਿਟ ਨਿਊਟਨ. ਇਹਦਾ ਮਤਲਬ ਹੈ ਕਿ ਇੱਥੇ ਲੱਗੇਗਾ N. R ਡਿਸਟੈਂਸ. ਡਿਸਟੈਂਸ ਕੱਚ ਲੈਣੇ ਆ ਅਸੀਂ ਮੀਟਰ ਚ, ਤੇ ਉੱਪਰ ਕੀ ਹੈ ਦੇਖੋ ਸਕੁਅਰ, ਨਾਲ ਆ ਗਿਆ ਸਾਡੇ ਕੋਲ ਮੀਟਰ ਸਕੁਅਰ ਆ ਗਿਆ ਸਾਡੇ ਕੋਲ. ਉਸ ਤੋਂ ਬਾਅਦ ਥੱਲੇ ਕੀ ਹੈਗੇ ਦੇਖੋ ਮਾਸਿਸ. मास ਕੱਚ ਲੈਣੇ ਆ ਕਿਲੋਗ੍ਰਾਮ ਚ, ਕਿਲੋਗ੍ਰਾਮ ਆ ਵੀ ਕਿਲੋਗ੍ਰਾਮ ਮਲਟੀਪਲਾਈ ਹੋ ਗਿਆ ਕਿਲੋਗ੍ਰਾਮ ਦਾ ਸਕੁਅਰ, ਤੇ ਨੀਚੇ ਹੋਣ ਕਰਕੇ ਪਾਵਰ ਕਿਹੜੀ ਆਏਗੀ ਇਹਦੀ ਮਾਈਨਸ ਚ ਪਾਵਰ ਆਏਗੀ. ਇਟ ਵਿਲ ਬੀ ਇਕੁਅਲ ਟੂ kg ਮਾਈਨਸ 2. ਇਹਦਾ ਯੂਨਿਟ ਕੀ ਬਣ ਗਿਆ? ਨਿਊਟਨ ਮੀਟਰ ਸਕੁਅਰ ਪਰ kg ਸਕੁਅਰ. इट इज अ यूनिट ऑफ ग्रेविटेशनल कांस्टेंट. पूरी वैल्यू कितनी? 6.67 into 10 raised to power minus 11 न्यूटन मीटर स्क्वायर पर किलोग्राम स्क्वायर. हाँ जी बेटा क्लियर. ਤੇ ਇਹ ਹਰ ਜਗ੍ਹਾ ਤੇ ਵੈਲਿਊ ਫਿਕਸ ਹੈ. ਇਹਦਾ ਡਾਈਮੈਂਸ਼ਨਲ ਫਾਰਮੂਲਾ ਤੁਸੀਂ ਆਲਰੇਡੀ ਜਿਹੜਾ ਹੈ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ ਜਦੋਂ ਅਸੀਂ ਡਾਈਮੈਂਸ਼ਨਸ ਬਾਰੇ ਪੜ੍ਹਦੇ ਸੀ. ਉੱਥੇ ਇਹਦੇ ਰਿਲੇਟਡ ਅਸੀਂ ਬਹੁਤ ਸਾਰੇ ਨਿਊਮੈਰੀਕਲਸ ਵੀ ਆਪਾਂ ਡਿਸਕਸ ਕੀਤੇ ਸੀਗੇ, ਤੇ ਤੁਸੀਂ ਜਿਹੜਾ ਹੈ ਇਹਦਾ ਡਾਈਮੈਂਸ਼ਨਲ ਫਾਰਮੂਲਾ ਵੀ ਜਿਹੜਾ ਹੈ ਯਾਦ ਰੱਖਣਾ. ਨਾਓ ਦਿਸ ਫੋਰਸ ਆਫ ਗ੍ਰੈਵਿਟੇਸ਼ਨ ਨੰਬਰ 1, it is the weakest force. ਇਹ ਅਸੀਂ ਡਿਸਕਸ ਕਰ ਲਿਆ. ਨੰਬਰ 2, it is central in nature. ਇਹ ਪੁਆਇੰਟ ਨੋਟ ਕਰੋ ਕਿ ਗ੍ਰੈਵਿਟੇਸ਼ਨਲ ਫੋਰਸ ਜਿਹੜੀ ਹੈ ਇਹਦਾ ਜਿਹੜਾ ਨੇਚਰ ਹੈ it is central. central nature ਦਾ ਮਤਲਬ ਹੈ ਕਿ it always act along the line joining the center of two bodies. ਸੈਂਟਰਲ ਨੇਚਰ ਦਾ ਮਤਲਬ ਜੇਕਰ ਆ ਦੋ ਬਾਡੀਜ਼ ਨੇ ਤੇ ਗ੍ਰੈਵਿਟੇਸ਼ਨ ਫੋਰਸ ਜਿਹੜੀ ਹੈ ਇਸ ਤਰ੍ਹਾਂ ਲੱਗੇਗੀ, ਸੈਂਟਰ ਟੂ ਸੈਂਟਰ ਐਕਟ ਕਰੇਗੀ. ਤੇ ਜੇ ਇਹ ਦੋ ਬਾਡੀਜ਼ ਨੂੰ ਮੈਂ ਇਸ ਤਰ੍ਹਾਂ ਰੱਖ ਦੇਵਾਂ ਫਿਰ ਗ੍ਰੈਵਿਟੇਸ਼ਨ ਫੋਰਸ ਇਧਰ ਨੂੰ ਆ ਜਾਏਗੀ. ਪਹਿਲਾਂ ਇਧਰ ਨੂੰ ਲੱਗ ਰਹੀ ਹੈ, ਤੇ ਜੇ ਇਹ ਬਾਡੀ ਇੰਜ ਕਰ ਦਾਂਗੇ ਇਸ ਤਰ੍ਹਾਂ ਘੁਮਾ ਦਿੰਦੇ ਆ, ਫਿਰ ਗ੍ਰੈਵਿਟੇਸ਼ਨ ਜਿਹੜੀ ਫੋਰਸ ਹੈ ਇਟ ਵਿਲ ਲਾਈਕ ਦਿਸ. ਹਮੇਸ਼ਾ ਸੈਂਟਰ ਟੂ ਸੈਂਟਰ ਹੁੰਦੀ ਹੈ. ਇਟ ਇਜ਼ ਸੈਂਟਰਲ ਇਨ ਨੇਚਰ. ਹਮੇਸ਼ਾ ਰੇਡੀਅਸ ਦੇ ਅਲੋਂਗ ਐਕਟ ਕਰੇਗੀ ਗ੍ਰੈਵਿਟੇਸ਼ਨਲ ਫੋਰਸ.
It always act along the line joining the center of two bodies. What is the nature of gravitation force? It is central in nature. And what do you mean by central nature of gravitation force? It means this force always act along the line joining, ਦੋਨਾਂ ਸੈਂਟਰ ਨੂੰ join ਕਰ ਲਓ ਤੇ ਇਹ ਉਸ ਲਾਈਨ ਦੇ ਉੱਤੇ ਜਿਹੜੀ ਹੈ ਸਾਡੀ ਜਿਹੜੀ ਗ੍ਰੈਵਿਟੇਸ਼ਨਲ ਫੋਰਸ ਹੈ ਉਹ ਐਕਟ ਕਰੇਗੀ. ਇਟ ਆਲਵੇਜ਼ ਐਕਟ ਅਲੋਂਗ the line joining the center of two bodies. I think ਤੁਹਾਨੂੰ ਜਿਹੜਾ ਹੈ ਇਹਨਾਂ ਦੇ ਬਾਰੇ ਕਲੀਅਰ ਹੋ ਗਿਆ. ਪਹਿਲੀ ਨੇਚਰ ਇਟ ਇਜ਼ ਅ ਵੀਕੈਸਟ ਫੋਰਸ, ਦੂਸਰੀ ਨੇਚਰ ਇਟ ਇਜ਼ ਅ ਲੌਂਗ ਰੇਂਜ ਫੋਰਸ, ਤੀਸਰੀ ਨੇਚਰ ਇਟ ਇਜ਼ ਸੈਂਟਰਲ ਇਨ ਨੇਚਰ. ਇਹ ਸੈਂਟਰਲ ਜਿਹੜੀ ਹੈ ਇਹਦਾ ਨੇਚਰ ਹੈ. ਐਂਡ fourth one, gravitation force between two bodies does not depend upon the medium in which the two bodies are located. ਦੋ bodies ਸਾਡੀਆਂ ਕਿਸ ਮੀਡੀਅਮ ਚ ਪਈਆਂ ਨੇ ਉਹਦੇ ਉੱਤੇ ਇਹ ਵਾਲੀ ਜਿਹੜੀ ਫੋਰਸ ਹੈ ਡਿਪੈਂਡ ਨਹੀਂ ਕਰਦੀ. ਮੰਨ ਲਓ ਕਿ ਇਹਦੇ ਆਲੇ ਦੁਆਲੇ 에ਅਰ ਹੈ, ਇਹਦੇ ਆਲੇ ਦੁਆਲੇ ਸਾਰੀ 에ਅਰ ਹੈ. ਜਿਵੇਂ ਸਾਡੇ ਕੋਲ ਦੋ ਬਾਡੀਜ਼ ਸਾਡੇ ਕਮਰੇ ਵਿੱਚ ਪਈਆਂ, ਕੋਈ ਵੀ ਦੋ ਬਾਡੀਜ਼ ਪਈਆਂ ਨੇ, ਐਲਮੀਰਾ ਹੀ ਹੈ, ਦੋ ਚੇਅਰ ਤੇ ਜਾਂ ਟੇਬਲ ਹੈ, ਉਹ ਸਾਰੀਆਂ 에ਅਰ ਚ ਪਈਆਂ. ਉਹਨਾਂ ਦਾ ਮੀਡੀਅਮ ਕਿਹੜਾ ਹੈ? 에ਅਰ ਹੈ. ਹਾਂਜੀ ਕਲੀਅਰ. ਤੇ ਜੇ ਇਹਨਾਂ ਦੋਨਾਂ ਬਾਡੀਜ਼ ਨੂੰ ਮੈਂ ਪਕੜ ਕੇ ਵਾਟਰ ਵਿੱਚ ਲੈ ਜਾਵਾਂ, ਡਿਸਟੈਂਸ ਨਾ ਚੇਂਜ ਕਰਾਂ, ਮਾਸਿਸ ਵੀ ਨਹੀਂ ਚੇਂਜ ਕੀਤੇ, ਨਾ ਮੈਂ ਮਾਸ ਚੇਂਜ ਕੀਤਾ ਨਾ ਮੈਂ ਡਿਸਟੈਂਸ ਚੇਂਜ ਕੀਤਾ, ਜਸਟ ਆਈ ਚੇਂਜ ਦਾ ਮੀਡੀਅਮ. 에ਅਰ ਦੀ ਜਗ੍ਹਾ ਤੇ ਮੈਂ ਇਹਨਾਂ ਨੂੰ ਪਾਣੀ ਵਿੱਚ ਡਿਪੋ ਦੇਣਾ ਹੈ, ਵਾਟਰ ਦੇ ਵਿੱਚ ਰੱਖ ਦੇਣਾ ਹੈ, ਸੇਮ ਦੋ ਬਾਡੀਜ਼ ਨੂੰ, ਨਾ ਤੇ ਡਿਸਟੈਂਸ ਚੇਂਜ ਕੀਤਾ ਨਾ ਮੈਂ ਇਹਨਾਂ ਦੇ ਮਾਸਿਸ ਚੇਂਜ ਕੀਤੇ. ਤੇ ਫਿਰ ਵੀ ਧਿਆਨ ਰੱਖਣਾ ਹੈ ਕਿ ਫੋਰਸ ਆਫ ਗ੍ਰੈਵਿਟੇਸ਼ਨ ਦੀ ਵੈਲਿਊ ਹਮੇਸ਼ਾ ਸੇਮ ਰਹੇਗੀ. ਇਟ does not depend upon the medium in which the two bodies are located. ਦੋ bodies ਕਿਹੜੇ ਮੀਡੀਅਮ ਚ ਪਈਆਂ ਨੇ ਉਹਨਾਂ ਦੇ ਉੱਤੇ ਜਿਹੜੀ ਹੈ ਇਹ ਵਾਲੀ ਫੋਰਸ ਡਿਪੈਂਡ ਨਹੀਂ ਕਰਦੀ. ਆਈ ਥਿੰਕ ਤੁਹਾਨੂੰ ਜਿਹੜਾ ਹੈ ਇਹ ਕਲੀਅਰ ਹੋ ਗਿਆ. ਗ੍ਰੈਵਿਟੇਸ਼ਨ ਫੋਰਸ does not depend upon the nature of the medium in which the bodies are located. ਇਹ ਉਹਨਾਂ ਦੇ ਉੱਪਰ ਜਿਹੜੀ ਹੈ ਉਹ ਡਿਪੈਂਡ ਨਹੀਂ ਕਰਦੀ. ਨਾਓ ਇਸ ਤੋਂ ਬਾਅਦ ਅਸੀਂ ਡਿਸਕਸ ਕਰਾਂਗੇ what is gravity, force of gravity. ਜਿਹੜੀ ਫੋਰਸ ਅਰਥ ਕਿਸੇ ਆਬਜੈਕਟ ਦੇ ਉੱਪਰ ਲਗਾ ਰਹੀ ਹੈ. ਹੁਣ ਅਸੀਂ ਜੇਕਰ ਛਲਾਂਗ ਮਾਰਦੇ ਹਾਂ ਤੇ ਅਸੀਂ ਦੁਬਾਰਾ ਥੱਲੇ ਡਿੱਗਦੇ ਹਾਂ ਬੇਟਾ. ਕਿਉਂ? ਕਿਉਂਕਿ ਅਰਥ ਨੇ ਸਾਨੂੰ ਖਿੱਚਿਆ, ਅਰਥ ਨੇ ਸਾਡੇ ਉੱਤੇ ਜਿਹੜੀ ਹੈ ਫੋਰਸ ਲਗਾਈ ਹੈ. ਐਂਡ ਦੈਟ ਫੋਰਸ ਇਜ਼ ਕਾਲਡ ਫੋਰਸ ਆਫ ਗ੍ਰੈਵਿਟੀ. ਹੁਣ ਅਸੀਂ ਜਿਹੜਾ ਡਿਸਕਸ ਕਰਨ ਲੱਗੇ ਹਾਂ ਫੋਰਸ, ਕਿਹੜੀ ਫੋਰਸ ਬਾਰੇ? ਫੋਰਸ ਆਫ ਗ੍ਰੈਵਿਟੀ, ਜਿਹੜੀ ਫੋਰਸ ਅਰਥ ਨੇ ਸਾਡੇ ਉੱਤੇ ਲਗਾਈ. ਨਾਓ ਫੋਰਸ ਆਫ ਜਿਹੜੀ ਗ੍ਰੈਵਿਟੀ ਹੈ ਇਹਦੇ ਕਰਕੇ ਸਾਡਾ weight ਆਂਦਾ ਬੇਟਾ. ਸਾਡਾ ਜਿਹੜਾ weight ਹੈ ਉਹ ਫੋਰਸ ਆਫ ਗ੍ਰੈਵਿਟੀ ਕਰਕੇ ਹੀ ਜਿਹੜਾ ਹੈ ਉਹ ਬਣਦਾ ਹੈ. ਸਾਨੂੰ ਪਤਾ ਹੈ ਕਿ ਨਿਊਟਨ ਦਾ ਜਿਹੜਾ ਸੈਕੰਡ ਲਾਅ ਹੈ ਕਿ F = ma. ਜਦੋਂ ਫੋਰਸ ਲੱਗਦੀ ਹੈ ਕਿਸੇ ਬਾਡੀ ਦੇ ਵਿੱਚ ਉਹਦੇ ਵਿੱਚ ਕੀ ਪੈਦਾ ਹੁੰਦੀ ਹੈ? ਐਕਸਲਰੇਸ਼ਨ. ਨਿਊਟਨ ਦਾ ਸੈਕੰਡ ਲਾਅ ਕਿ ਜੇਕਰ ਐਕਸਲਰੇਸ਼ਨ ਪੈਦਾ ਕਰਨੀ ਹੈ, ਵੈਲੋਸਿਟੀ 'ਚ ਚੇਂਜ ਲੈ ਕੇ ਆਣੀ ਹੈ ਤੇ ਫੋਰਸ ਲਗਾਓ. ਤੇ ਇਹਦੇ ਇਸੇ ਤਰੀਕੇ ਦੇ ਨਾਲ ਜਦੋਂ ਅਰਥ ਕਿਸੇ ਬਾਡੀ ਨੂੰ ਖਿੱਚਦੀ ਹੈ ਤੇ ਉਹ ਵੀ ਤੇ ਫੋਰਸ ਹੀ ਲਗਾਉਂਦੀ ਹੈ. ਜਦੋਂ ਕਿਸੇ ਬਾਡੀ ਨੂੰ ਅਰਥ ਖਿੱਚੇਗੀ, ਜਿਵੇਂ ਆਪ ਮੰਨ ਲਓ ਚੌਕ ਹੈ, ਇਹਨੂੰ ਮੈਂ ਛੱਡ ਦੇਵਾਂ ਤੇ ਇਹ ਨੀਚੇ ਗਿਆ, ਕਿੰਨੇ ਖਿੱਚਿਆ ਇਹਨੂੰ? ਅਰਥ ਨੇ. ਅਰਥ ਨੇ ਕੀ ਅਪਲਾਈ ਕੀਤਾ? ਇਹਦੇ ਉੱਪਰ ਲਗਾਈ ਉਹਨੇ ਫੋਰਸ. ਮੰਨ ਲਓ ਇਹਦਾ ਮਾਸ ਕਿੰਨਾ ਸੀਗਾ? m. ਤੇ ਜਦੋਂ ਇਹਦੇ ਉੱਤੇ ਫੋਰਸ ਲੱਗੇਗੀ ਤੇ ਅੰਡਰਸਟੂਡ ਹੈ ਇਹਦੇ ਵਿੱਚ ਵੀ ਕੀ ਪੈਦਾ ਹੋਏਗੀ? ਐਕਸਲਰੇਸ਼ਨ ਪੈਦਾ ਹੋਏਗੀ. ਪਰ ਇਸ ਐਕਸਲਰੇਸ਼ਨ ਨੂੰ ਅਸੀਂ a ਦੇ ਨਾਲ ਨਹੀਂ ਲਿਖਦੇ, ਅਸੀਂ ਇਸ ਐਕਸਲਰੇਸ਼ਨ ਨੂੰ ਸਮਾਲ g ਦੇ ਨਾਲ ਲਿਖ ਦਿੰਨੇ ਆ. ਹਾਂਜੀ ਕਲੀਅਰ. ਫਿਰ ਸੁਣੋ, ਨਿਊਟਨ ਦੇ ਅਕੋਰਡਿੰਗ ਜਦੋਂ ਵੀ ਕਿਸੇ ਬਾਡੀ ਉੱਪਰ ਫੋਰਸ ਲੱਗੇਗੀ
ਉਹਦੇ ਵਿੱਚ ਐਕਸਲਰੇਸ਼ਨ ਪੈਦਾ ਹੋਏਗੀ। ਇਹ ਤਾਂ ਕਲੀਅਰ ਹੈ। ਤੇ ਹੁਣ ਜੇ ਇਸ ਬਾਡੀ ਨੂੰ ਛੱਡਦਾ ਹੈ ਤੇ ਹੁਣ ਦੱਸੋ ਫੋਰਸ ਕਿਨੇ ਲਗਾਈ? ਇਹ ਵਾਲੀ ਜਿਹੜੀ ਫੋਰਸ ਹੈ, ਇਹ ਵਾਲੀ ਫੋਰਸ ਲਗਾਈ ਅਰਥ ਨੇ। ਇਹ ਫੋਰਸ ਆਫ ਕਿਹੜੀ ਹੋ ਗਈ? ਗ੍ਰੈਵਿਟੀ ਹੋ ਗਈ। ਕਿਹਦੇ ਉੱਤੇ ਲਗਾਈ? ਬਾਡੀ ਦਾ ਮਾਸ ਕਿੰਨਾ ਹੈ? m ਹੋ ਗਿਆ। ਤੇ ਐਕਸਲਰੇਸ਼ਨ ਪੈਦਾ ਹੋਏਗੀ ਤੇ ਉਹ ਸਾਡੀ ਐਕਸਲਰੇਸ਼ਨ ਦਾ ਨਾਮ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ। ਇਹਦਾ ਮਤਲਬ a ਦੀ ਜਗ੍ਹਾ ਤੇ ਕੀ ਆਏਗਾ? g। ਤੇ ਇਹ ਫਾਰਮੂਲਾ ਕੀ ਬਣ ਜਾਏਗਾ? F is equal to mg। ਇਹ ਫਾਰਮੂਲਾ ਸਾਡਾ ਚੇਂਜ ਹੋ ਕੇ F equal to ਕਿੰਨਾ ਬਣ ਗਿਆ? mg। I think ਤੁਹਾਨੂੰ ਇਹ ਕਲੀਅਰ ਹੋ ਗਿਆ। ਇਹ ਫਾਰਮੂਲਾ ਆਇਆ ਕਿੱਥੋਂ? mg is the weight। ਇਹ weight ਆ ਕਿੱਥੋਂ ਗਿਆ? It is due to the gravitation force। ਉਹਦੇ ਕਰਕੇ ਇਹ weight ਆਇਆ ਹੈ। Now F is equal to mg। It is the weight of the body। I think ਤੁਹਾਨੂੰ ਇਹ ਸਾਰਾ ਕਲੀਅਰ ਹੋ ਗਿਆ ਕਿ F is equal to ma। ਤੇ ਜਦੋਂ ਗ੍ਰੈਵਿਟੀ ਦੀ ਗੱਲ ਹੋਏਗੀ ਤੇ F ਦਾ ਫਾਰਮੂਲਾ ਬਣ ਜਾਏਗਾ equal to mg and that will be the weight of the body। Now next we are going to derive the formula for acceleration due to gravity। calculation of small g। what is small g? acceleration due to gravity। ਇਹਦੀ ਵੈਲਿਊ ਅਸੀਂ ਕਿਸ ਤਰ੍ਹਾਂ ਫਾਈਂਡ ਕਰਨੀ ਹੈ? ਇਹ ਕੁਐਸਚਨ ਕੀ ਹੈ? derive the formula for acceleration due to gravity। suppose this is a earth। ਅਰਥ ਨੂੰ ਹਮੇਸ਼ਾ ਇੱਕ ਸਫੀਅਰ ਦੇ ਨਾਲ ਅਸੀਂ ਸ਼ੋ ਕਰਾਂਗੇ। ਅਰਥ ਇਜ਼ ਸਫੈਰਿਕਲ ਬਾਡੀ। ਅਰਥ ਦਾ ਜਿਹੜਾ ਹੈ ਸਪੋਜ਼ ਸੈਂਟਰ ਕਿਹੜਾ ਹੈ? O। ਅਰਥ ਦਾ ਜਿਹੜਾ ਰੇਡੀਅਸ ਹੈਗਾ ਸਾਡੇ ਕੋਲ R। ਤੇ ਅਰਥ ਦਾ ਜਿਹੜਾ ਸਾਡਾ ਹੈ ਮਾਸ ਕਿੰਨਾ ਹੈ ਸਾਡੇ ਕੋਲ? m। ਜਦੋਂ ਵੀ ਅਰਥ ਬਾਰੇ ਗੱਲ ਹੋਏਗੀ then we will take always the capital letter। ਪਹਿਲੀ ਗੱਲ ਤੇ ਅਰਥ ਨੂੰ ਇੱਕ ਸਫੀਅਰ ਦੇ ਨਾਲ ਅਸੀਂ ਸ਼ੋ ਕਰਾਂਗੇ ਬਿਕੋਜ਼ ਅਰਥ ਇਜ਼ ਅ ਸਫੈਰਿਕਲ ਬਾਡੀ। ਜਿੰਨੀਆਂ ਵੀ ਸਾਡੀਆਂ ਹੈਵਨਲੀ ਬਾਡੀਜ਼ ਨੇ ਉਹਨਾਂ ਦੀ ਅਸੀਂ ਸ਼ੇਪ ਲੈ ਕੇ ਚੱਲਦੇ ਹਾਂ ਸਫੈਰਿਕਲ ਫॉर ਸਿੰਪਲਿਸਿਟੀ। ਨਾਓ ਅਰਥ ਦਾ ਸੈਂਟਰ O। ਅਰਥ ਦਾ ਰੇਡੀਅਸ ਹੈਗਾ ਕੈਪੀਟਲ R। ਤੇ ਅਰਥ ਦਾ ਜਿਹੜਾ ਮਾਸ ਹੈ ਕੈਪੀਟਲ M। ਕਿਉਂਕਿ ਅਰਥ ਬਹੁਤ ਵੱਡੀ ਬਾਡੀ ਹੈ, ਇਹਦੇ ਜਿੰਨੇ ਵੀ ਪੈਰਾਮੀਟਰਸ ਹੋਣਗੇ ਇਹਨਾਂ ਸਾਰਿਆਂ ਨੂੰ ਅਸੀਂ ਕੈਪੀਟਲ ਲੈਟਰ ਦੇ ਨਾਲ ਅਸੀਂ ਇਹਨੂੰ ਸ਼ੋ ਕਰਨਾ। ਇਸ ਅਰਥ ਦੇ ਸਰਫੇਸ ਦੇ ਉੱਪਰ ਆ ਦੇਖੋ ਇੱਕ ਬਾਡੀ ਪਈ ਹੈ। ਅਰਥ ਦੇ ਸਰਫੇਸ ਉੱਪਰ ਜਿਸ ਤਰ੍ਹਾਂ ਐਲਮੀਰਾ ਪਈ ਹੈ, ਅਸੀਂ ਖੜੇ ਆ, ਇਹ ਉਹ ਬਾਡੀ ਹੈ ਜਿਹੜੀ ਅਰਥ ਦੇ ਸਰਫੇਸ ਉੱਪਰ ਹੈ ਤੇ ਉਹਦਾ ਮਾਸ ਜਿਹੜਾ ਹੈ ਕਿੰਨਾ ਹੈ? ਅਸੀਂ ਉਹਨੂੰ ਸਮਾਲ m ਲਿਖਤਾ ਕਿਉਂਕਿ ਉਹ ਸਮਾਲ ਸਾਈਜ਼ ਵਾਲੀਆਂ ਬਾਡੀਜ਼ ਨੇ, ਉਹਨਾਂ ਦਾ ਮਾਸ ਜਿਹੜਾ ਹੋਏਗਾ ਘੱਟ ਹੋਏਗਾ। ਹੁਣ ਅੱਜ ਤੋਂ ਜਿੰਨੇ ਵੀ ਅਸੀਂ ਅੱਗੇ ਆਰਟੀਕਲ ਡਿਸਕਸ ਕਰਾਂਗੇ ਕੈਪੀਟਲ M ਜਿਹੜਾ ਹੈ ਉਹ ਅਰਥ ਵਾਸਤੇ ਵਰਤਾਂਗੇ ਤੇ ਸਮਾਲ m ਜਿਹੜਾ ਮਾਸ ਹੋਏਗਾ ਦੂਸਰੀ ਬਾਡੀ ਵਾਸਤੇ ਵਰਤਾਂਗੇ। ਜਿਹੜੀ ਸਮਾਲ ਬਾਡੀ ਜਿਹਨੂੰ ਅਰਥ ਨੇ ਖਿੱਚਣਾ ਹੈ ਉਹਦੇ ਵਾਸਤੇ ਅਸੀਂ ਜਿਹੜਾ ਮਾਸ ਲਵਾਂਗੇ ਸਮਾਲ m। This is a body which is placed on the surface of earth। ਇਹਦਾ ਮਤਲਬ ਕੀ ਹੋਇਆ ਕਿ ਇਹਨਾਂ ਦੋਨਾਂ ਦੇ ਵਿੱਚ ਅਕੋਰਡਿੰਗ ਟੂ ਨਿਊਟਨ law of gravitation ਇਹਨਾਂ ਦੋਨਾਂ ਦੇ ਵਿੱਚ ਕੀ ਹੋਏਗਾ? ਅਕੋਰਡਿੰਗ ਟੂ ਨਿਊਟਨ law of gravitation ਇਹਨਾਂ ਦੋਨਾਂ ਦੇ ਵਿੱਚ ਫੋਰਸ ਆਫ ਗ੍ਰੈਵਿਟੀ ਲੱਗੇਗੀ। ਇਹ ਦੋਨੋਂ ਇੱਕ ਦੂਸਰੇ ਨੂੰ ਅਟਰੈਕਟ ਕਰਨਗੀਆਂ ਤੇ ਉਹ ਫੋਰਸ ਕਿੰਨੀ ਆਏਗੀ? ਹੁਣੇ ਅਸੀਂ ਕਿਹਾ ਸੀ ਫਾਰਮੂਲਾ ਯਾਦ ਕਰ ਲਓ। ਕਿਹੜਾ ਫਾਰਮੂਲਾ ਸੀ? F is equal to G। ਜਦੋਂ ਵੀ ਦੋ ਬਾਡੀਜ਼ ਹੋਣ ਦੋਨਾਂ ਦੇ ਮਾਸ ਪਤਾ ਹੋਣ, ਪਹਿਲੀ ਬਾਡੀ ਦਾ ਦੂਸਰੀ ਬਾਡੀ ਦਾ ਮਾਸ ਪਤਾ ਹੈ ਤੇ ਉਦੋਂ ਅਸੀਂ ਫੋਰਸ ਆਫ ਅਟਰੈਕਸ਼ਨ ਨਿਕਾਲਣੀ ਹੈ, ਗ੍ਰੈਵਿਟੇਸ਼ਨ ਵਾਲੀ ਫੋਰਸ। ਤੇ ਕਿਹੜਾ ਫਾਰਮੂਲਾ ਲਗਾਣੇ? F is equal to G m1 m2 divided by r square। ਇਹ ਵਾਲਾ ਸਾਡਾ ਫਾਰਮੂਲਾ ਅਸੀਂ ਲਗਾਵਾਂਗੇ ਫੋਰਸ ਆਫ ਗ੍ਰੈਵਿਟੇਸ਼ਨ ਵਾਲਾ। ਨਾਓ m1 ਮੈਨੇ ਪਹਿਲੀ ਬਾਡੀ ਕਿਹੜੀ ਹੈ? ਅਰਥ। ਤੇ ਅਰਥ ਜਿਹੜੀ ਹੈ ਇਹਦਾ ਮਾਸ ਕਿੰਨਾ m?
m1 ਦੀ ਜਗ੍ਹਾ ਤੇ ਅਸੀਂ ਲਿਖ ਦਾਂਗੇ ਕੈਪੀਟਲ M। ਦੂਸਰੀ ਬੋਡੀ ਆ ਵਾਲੀ ਆ, ਉਹਦਾ ਮਾਸ ਕਿੰਨਾ m, ਤੇ m ਦੀ ਜਗ੍ਹਾ ਤੇ ਸਾਡੇ ਕੋਲ ਆ ਗਿਆ ਸਮਾਲ m। m1 m2 ਦੀ ਜਗ੍ਹਾ ਤੇ mm ਵੀ ਆਪਾਂ ਲਿਖ ਸਕਦੇ। ਜੋ ਅਸੀਂ ਮਾਸਿਸ ਲਾਵਾਂਗੇ ਉਹ ਆਪਾਂ ਇੱਥੇ ਸ਼ੋ ਕਰ ਦਾਂਗੇ। ਪਹਿਲੀ ਬੋਡੀ ਦਾ ਮਾਸ m, ਦੂਜੀ ਬੋਡੀ ਦਾ ਮਾਸ ਕਿੰਨਾ ਆ ਗਿਆ ਸਮਾਲ m। ਨਾਓ ਵਾਟ ਇਜ਼ r? r ਹੁੰਦਾ ਇਹਨਾਂ ਵਿੱਚ ਡਿਸਟੈਂਸ ਕਿੱਥੋਂ ਲਈਦਾ, ਸੈਂਟਰ ਟੂ ਸੈਂਟਰ। ਬੇਟਾ ਆ ਤੇ ਸੈਂਟਰ ਅਰਥ ਦਾ, ਤੇ ਆ ਦੇਖੋ ਇਹ ਬੋਡੀ ਦਾ ਸੈਂਟਰ ਹੈ, ਅਸੀਂ ਇੱਥੋਂ ਤੱਕ ਡਿਸਟੈਂਸ ਲੈਣਾ ਹੈ। ਇਹ ਰੇਡੀਅਸ ਹੋ ਗਿਆ ਪਲੱਸ ਆ ਵਾਲਾ ਵੀ ਲੈਣਾ। ਬਟ ਬੇਟਾ ਰੇਡੀਅਸ ਅਰਥ ਦਾ, ਜਿਹੜਾ ਰੇਡੀਅਸ ਹੈ ਅਰਥ ਦਾ, ਇਹਨੂੰ ਯਾਦ ਕਰੋ, r ਦੀ ਵੈਲਿਊ 6400 ਕਿਲੋਮੀਟਰ। r ਦੀ ਜਿਹੜੀ ਵੈਲਿਊ ਹੈ 6400 ਕਿਲੋਮੀਟਰ, ਬਹੁਤ ਜ਼ਿਆਦਾ ਡਿਸਟੈਂਸ ਹੈ ਬੇਟਾ। ਤੇ ਹੁਣ ਇਸ ਡਿਸਟੈਂਸ ਦੇ ਮੁਕਾਬਲੇ ਇਹ ਵਾਲਾ ਡਿਸਟੈਂਸ ਜਿਹੜਾ ਹੈ ਬਹੁਤ ਛੋਟਾ ਹੋ ਗਿਆ। ਅਸੀਂ ਆਹ ਵਾਲਾ ਹਿੱਸਾ ਕਾਊਂਟ ਹੀ ਨਹੀਂ ਕਰਾਂਗੇ। ਸਾਡੇ ਕੋਲ ਜੇ ਆ 6400 ਹੈ, ਇਹ ਬਹੁਤ ਘੱਟ ਹੈ, ਇਹ ਤੇ ਮੀਟਰਾਂ 'ਚ ਵੀ ਨਹੀਂ ਹੋਣਾ, ਤੇ ਫਿਰ ਅਸੀਂ ਇਹਨੂੰ ਨੈਗਲੈਕਟ ਕਰ ਦਾਂਗੇ। ਅਸੀਂ ਸੈਂਟਰ ਤੋਂ ਸੈਂਟਰ ਅਸੀਂ ਡਿਸਟੈਂਸ ਕਿੰਨਾ ਲੈ ਕੇ ਚੱਲਾਂਗੇ, ਟੋਟਲ r ਹੀ ਲੈ ਕੇ ਚੱਲਾਂਗੇ, ਬਿਕੋਜ਼ that distance is very very small which can be neglected। ਇਹਦਾ ਮਤਲਬ ਇਹਦੀ ਜਗ੍ਹਾ ਤੇ ਸਾਡੇ ਕੋਲ ਆ ਜਾਏਗਾ r ਦੇ ਉੱਪਰ ਆ ਜਾਏਗਾ ਸਕੁਅਰ ਆ ਜਾਏਗਾ। ਹਾਂਜੀ ਕਲੀਅਰ। ਆਲਸੋ we have f equal to mg, ਕਿਉਂਕਿ ਜਦੋਂ ਅਰਥ ਨੇ ਇਹਨੂੰ ਅਟਰੈਕਟ ਕੀਤਾ ਤੇ ਇਹਦਾ weight ਬਣ ਗਿਆ, ਹੁਣੇ ਸਮਝਾਇਆ ਸੀ, ਇਹਦੇ ਵਿੱਚ ਐਕਸਲਰੇਸ਼ਨ ਪੈਦਾ ਹੋਈ। ਆਲਸੋ f is equal to mg, ਇਹਦਾ ਮਤਲਬ ਹੈ ਦੋਨੋਂ ਇਕੁਏਸ਼ਨਸ ਨੂੰ ਅਸੀਂ ਇਕੁਅਲ ਕਰ ਦਾਂਗੇ। therefore ਇਹ ਨੰਬਰ 1 ਐਂਡ ਨੰਬਰ 2 ਇਕੁਏਟਿੰਗ, ਦੋਨਾਂ ਨੂੰ ਇਕੁਏਟ ਕਰੋ 1 and 2, gmm divided by r square is equal to mg। ਦੋਨੋਂ ਨੂੰ ਇਕੁਅਲ ਕਰ ਲਿਆ ਕਿਉਂਕਿ ਦੋਨੋਂ ਸੇਮ ਫੋਰਸ ਨੇ। ਵਿੱਚੋਂ m ਨਾਲ m ਸਾਡਾ ਕੀ ਹੋ ਗਿਆ, ਵਿੱਚੋਂ ਕੈਂਸਲ, ਤੇ ਸਮਾਲ g ਦੀ ਵੈਲਿਊ ਜਿਹੜੀ ਆ ਗਈ ਸਾਡੇ ਕੋਲ, it is equal to capital G capital M over r square। it is the value of acceleration due to gravity। ਬੇਟਾ ਇਹ ਫਾਰਮੂਲਾ ਤੁਸੀਂ ਯਾਦ ਰੱਖਣਾ ਹੈ, ਤੇ ਨੈਕਸਟ ਜਿਹੜੇ ਆਰਟੀਕਲ ਦੇ ਵਿੱਚ ਇਹਦਾ ਬਹੁਤ ਹੀ ਜ਼ਿਆਦਾ ਜਿਹੜਾ ਹੈ ਯੂਜ਼ ਹੈ। ਸਮਾਲ g ਕੈਲਕੂਲੇਟ ਕਰਨ ਵਾਸਤੇ ਸਾਰੇ ਲੈਟਰ ਕੈਪੀਟਲ ਨੇ, ਕੈਪੀਟਲ G ਕੈਪੀਟਲ M over r square। ਆਈ ਥਿੰਕ ਇਹ ਤੁਹਾਨੂੰ ਕਲੀਅਰ ਹੋ ਗਿਆ। ਕੈਪੀਟਲ M ਮਾਸ ਆਫ ਅਰਥ, ਕੈਪੀਟਲ R ਜਿਹੜਾ ਹੈ ਇਟ ਇਜ਼ ਦਾ ਰੇਡੀਅਸ ਆਫ ਅਰਥ। ਕਿਸੇ ਵੀ ਪਲੈਨਟ ਦੀ ਗ੍ਰੈਵਿਟੀ ਨਿਕਾਲਣੀ ਹੈ, ਇਹ ਉਹਦਾ ਹੀ ਮਾਸ ਉਹਦਾ ਰੇਡੀਅਸ ਭਰ ਲਓ। ਥੈਂਕ ਯੂ।